हेलो डियर स्टूडेंट्स, हाउ आर यू। ਅੱਜ ਦੇ ਟੌਪਿਕ 'ਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਸਟ੍ਰੈਸ ਸਟ੍ਰੇਨ ਕਰਵ ਜਾਂ ਇਸ ਨੂੰ ਕਿਹਾ ਜਾਂਦਾ ਹੈ ਸਟ੍ਰੈਸ ਵਰਸਸ ਸਟ੍ਰੇਨ ਗ੍ਰਾਫ। ਲਾਸਟ ਟੌਪਿਕ ਦੇ ਵਿੱਚ ਅਸੀਂ ਗੱਲ ਕੀਤੀ ਸੀ ਹੁਕਸ ਲਾ ਦੀ। ਹੁਕਸ ਲਾ ਦੇ ਵਿੱਚ ਕੀ ਸੀਗਾ ਕਿ ਜੇ ਅਸੀਂ ਕਿਸੇ ਵਾਇਰ ਦੇ ਉੱਪਰ ਕੋਈ ਲੋਡ ਹੈਂਗ ਕਰਦੇ ਹਾਂ ਤਾਂ ਉਸ ਦੀ ਲੈਂਥ ਇਨਕਰੀਜ਼ ਹੁੰਦੀ ਹੈ, ਉਸ ਦੇ ਵਿੱਚ ਕੁਝ ਐਕਸਟੈਂਸ਼ਨ ਪ੍ਰੋਡਿਊਸ ਹੁੰਦੀ ਹੈ। ਤਾਂ ਉਹ ਜਿਹੜੀ ਐਕਸਟੈਂਸ਼ਨ ਪ੍ਰੋਡਿਊਸਡ ਹੈ, ਜੋ ਇਨਕਰੀਜ਼ ਇਨ ਲੈਂਥ ਆਫ ਵਾਇਰ ਹੈ, that is directly proportional to ਲੋਡ ਜੋ weight ਅਸੀਂ ਇਸ ਦੇ ਉੱਪਰ ਅਪਲਾਈ ਕਰ ਰਹੇ ਹਾਂ। ਠੀਕ ਹੈ, ਜਾਂ ਇਸ ਨੂੰ ਅਸੀਂ ਸਟ੍ਰੈਸ ਤੇ ਸਟ੍ਰੇਨ ਦੀਆਂ ਟਰਮਸ ਦੇ ਵਿੱਚ ਐਕਸਪ੍ਰੈਸ ਕਰੀਏ ਤਾਂ ਸਟ੍ਰੇਨ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੈਸ। ਇਹ ਚੀਜ਼ ਅਸੀਂ ਲਾਸਟ ਟੌਪਿਕ ਦੇ ਵਿੱਚ ਕਰ ਚੁੱਕੇ ਹਾਂ। ਠੀਕ ਹੈ, ਬਟ ਇਹਦੇ ਵਿੱਚ ਇੱਕ ਗੱਲ ਕਹੀ ਸੀ ਕਿ ਉਹਦੇ ਉੱਪਰ ਅਸੀਂ ਇੰਨਾ weight ਹੈਂਗ ਕਰਨਾ ਹੈ ਕਿ ਜਦੋਂ ਅਸੀਂ weight ਨੂੰ ਰਿਮੂਵ ਕਰੀਏ, ਕਿ ਜਦੋਂ ਅਸੀਂ ਸਟ੍ਰੈਸ ਨੂੰ ਰਿਮੂਵ ਕਰੀਏ ਤਾਂ ਉਹ ਵਾਇਰ ਆਪਣੇ ਓਰੀਜਨਲ ਸ਼ੇਪ ਸਾਈਜ਼ ਦੇ ਵਿੱਚ ਵਾਪਸ ਆ ਜਾਏ। ਠੀਕ ਹੈ, ਲਾਸਟ ਟੌਪਿਕ ਦੇ ਵਿੱਚ ਅਸੀਂ ਇਹ ਗ੍ਰਾਫ ਦੱਸਿਆ ਸੀ ਕਿ ਗ੍ਰਾਫ ਸਟ੍ਰੇਟ ਲਾਈਨ ਹੈ। ਠੀਕ ਹੈ, ਜੋ ਗ੍ਰਾਫ ਹੈ ਸਟ੍ਰੈਸ ਵਰਸਸ ਸਟ੍ਰੇਨ, ਇਟ ਇਜ਼ ਅ ਸਟ੍ਰੇਟ ਲਾਈਨ ਕਿ ਅਸੀਂ ਇੱਕ ਸਾਈਡ ਤੇ ਸਟ੍ਰੈਸ ਅਪਲਾਈ ਕਰਦੇ ਹਾਂ, ਦੂਸਰੀ ਸਾਈਡ ਤੇ ਸਟ੍ਰੇਨ ਪਲਾਟ ਕਰਦੇ ਹਾਂ, ਤਾਂ ਜੋ ਗ੍ਰਾਫ ਹੈ ਸਟ੍ਰੇਟ ਲਾਈਨ ਹੈ। ਬਟ ਉਹ ਅਸੀਂ ਦੱਸਿਆ ਸੀ ਕਿ ਵਿਦਿਨ ਇਲਾਸਟਿਕ ਲਿਮਿਟ ਹੈ। ਅੱਜ ਅਸੀਂ ਇਸ ਗ੍ਰਾਫ ਨੂੰ ਕੁਝ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਦੇਖੋ ਇਹ ਗ੍ਰਾਫ ਤੁਹਾਨੂੰ ਦਿਖਾਈ ਦੇ ਰਿਹਾ ਹੈ, ਇਸ ਦੇ ਵਿੱਚ ਅਸੀਂ ਵਾਈ ਐਕਸਿਸ ਦੇ ਉੱਪਰ ਸਟ੍ਰੈਸ ਪਲਾਟ ਕਰ ਰਹੇ ਹਾਂ, ਦੇਖੋ, ਤੇ ਐਕਸ ਐਕਸਿਸ ਦੇ ਅਲੋਂਗ ਸਟ੍ਰੇਨ ਪਲਾਟ ਕਰ ਰਹੇ ਹਾਂ। ਜੋ ਗ੍ਰਾਫ ਹੈ ਫਰੋਮ ਅਪ ਟੂ ਪੁਆਇੰਟ A, ਉਹ ਅਸੀਂ ਪਹਿਲਾਂ ਹੀ ਪਲਾਟ ਕਰ ਚੁੱਕੇ ਹਾਂ। ਜਿਸ ਤਰ੍ਹਾਂ ਹੁਕਸ ਲਾ ਦੇ ਵਿੱਚ ਅਸੀਂ ਦੱਸਿਆ ਹੈ ਕਿ ਗ੍ਰਾਫ ਸਟ੍ਰੇਟ ਲਾਈਨ ਹੈ, ਸਟ੍ਰੈਸ ਦੇ ਨਾਲ ਸਟ੍ਰੇਨ ਇਨਕਰੀਜ਼ ਹੁੰਦੀ ਹੈ। ਠੀਕ ਹੈ, ਤਾਂ A ਪੁਆਇੰਟ ਤੱਕ ਗ੍ਰਾਫ ਜਿਹੜਾ ਉਹ ਸਟ੍ਰੇਟ ਲਾਈਨ ਹੈ। ਤਾਂ A ਪੁਆਇੰਟ ਤੱਕ ਕੀ ਹੈ ਜੀ? ਠੀਕ ਹੈ ਜੀ, ਪੁਆਇੰਟ A ਜੋ ਤੁਹਾਨੂੰ ਦਿਖਾਈ ਦੇ ਰਿਹਾ ਗ੍ਰਾਫ ਦੇ ਵਿੱਚ, ਤਾਂ ਵਟ ਇਜ਼ ਦਿਸ? ਇਟ ਇਜ਼ ਅ ਪ੍ਰੋਪੋਰਸ਼ਨਲ ਲਿਮਿਟ। ਤਾਂ ਗ੍ਰਾਫ ਦੇ ਵਿੱਚ ਵੀ ਕਲੀਅਰ ਕੱਟ ਲਿਖਿਆ ਹੋਇਆ ਦੇਖੋ, ਪ੍ਰੋਪੋਰਸ਼ਨਲ ਲਿਮਿਟ, ਕਿ ਇੱਥੇ ਸਟ੍ਰੈਸ ਤੇ ਸਟ੍ਰੇਨ ਜੋ ਹੈ, ਸਟ੍ਰੇਨ ਜੋ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਸਟ੍ਰੈਸ ਹੈ। ਠੀਕ ਹੈ, ਜੇ ਅਸੀਂ ਇਸ ਤੋਂ ਅੱਗੇ ਦੇਖੀਏ ਜੀ ਅਪ ਟੂ ਪੁਆਇੰਟ B, ਜੇ ਅਸੀਂ ਪੁਆਇੰਟ B ਤੱਕ ਦੇਖੀਏ ਤਾਂ ਪੁਆਇੰਟ B ਤੱਕ ਤੁਹਾਨੂੰ ਇੱਕ ਕਰਵੇਚਰ ਦਿਖਾਈ ਦੇ ਰਿਹਾ ਹੋਏਗਾ, ਬਟ ਸਟਿਲ ਜੇ ਅਸੀਂ B ਪੁਆਇੰਟ ਤੇ ਜਾ ਕੇ ਸਟ੍ਰੈਸ ਨੂੰ ਜ਼ੀਰੋ ਕਰ ਦਈਏ ਤਾਂ ਸਟ੍ਰੇਨ ਜ਼ੀਰੋ ਹੋ ਜਾਏਗੀ। ਠੀਕ ਹੈ, ਗ੍ਰਾਫ ਵਾਪਸ ਜੋ ਵਾਇਰ ਹੈ ਵਾਪਸ ਆਪਣੀ ਓਰੀਜਨਲ ਲੈਂਥ ਦੇ ਵਿੱਚ ਆ ਜਾਏਗੀ। ਠੀਕ ਹੈ, ਤਾਂ ਇਸ ਨੂੰ ਕਹਿੰਦੇ ਜੀ ਇਲਾਸਟਿਕ ਲਿਮਿਟ। ਹੁਣ ਜੇ B ਪੁਆਇੰਟ ਦੇ ਬਿਯੋਂਡ ਅਸੀਂ ਸਟ੍ਰੈਸ ਅਪਲਾਈ ਕਰਦੇ ਹਾਂ ਤਾਂ ਗ੍ਰਾਫ ਸਟ੍ਰੇਟ ਲਾਈਨ ਨਹੀਂ ਹੈ। ਠੀਕ ਹੈ, ਤੇ ਜੇ ਅਸੀਂ C ਪੁਆਇੰਟ ਦੀ ਗੱਲ ਕਰਦੇ ਹਾਂ, ਦੇਖੋ, ਤਾਂ B ਪੁਆਇੰਟ ਤੋਂ ਬਾਅਦ ਵਿੱਚ ਬੋਡੀ ਜੋ ਹੈ ਉਹ ਪਰਮਾਨੈਂਟ ਸੈੱਟ ਹੋਣ ਲੱਗ ਪੈਂਦੀ ਹੈ। ਮਤਲਬ ਜੇ ਤੁਸੀਂ C ਪੁਆਇੰਟ ਤੇ ਜਾ ਕੇ ਸਟ੍ਰੈਸ ਨੂੰ ਜ਼ੀਰੋ ਕਰੋਗੇ ਤਾਂ ਸਟ੍ਰੇਨ ਜ਼ੀਰੋ ਨਹੀਂ ਹੋਏਗੀ, ਤਾਂ C ਪੁਆਇੰਟ ਤੇ ਜਾ ਕੇ ਪਰਮਾਨੈਂਟ ਸੈੱਟ ਹੋਣ ਲੱਗ ਪਈ। ਦੇਖੋ, ਜੇ C ਪੁਆਇੰਟ ਤੇ ਜਾ ਕੇ ਅਸੀਂ ਸਟ੍ਰੈਸ ਨੂੰ ਜ਼ੀਰੋ ਕਰਦੇ ਹਾਂ ਤਾਂ ਉਹ ਇਸ ਲਾਈਨ ਦੇ ਅਲੋਂਗ ਵਾਪਸ ਨਹੀਂ ਆਉਂਦੀ। ਤਾਂ ਉਹਦੇ ਵਿੱਚ ਉਹਨਾਂ ਨੇ ਡਾਟਡ ਲਾਈਨ ਦਿਖਾਈ ਗਈ ਹੈ, ਦੇਖੋ, ਤਾਂ ਉਹ ਕੀ ਹੋਏਗਾ ਕਿ ਬੋਡੀ ਜਿਹੜੀ ਹੈ ਉਹਦੇ ਵਿੱਚ ਸਟ੍ਰੇਨ ਰਹਿ ਜਾਏਗੀ। ਠੀਕ ਹੈ, ਦਿਸ ਪੋਰਸ਼ਨ ਤੋਂ ਉਹਦੇ ਵਿੱਚ ਕੁਝ ਸਟ੍ਰੇਨ ਵੱਧ ਜਾਏਗੀ। ਠੀਕ ਹੈ, ਤਾਂ ਅਸੀਂ ਕਹਾਂਗੇ ਜੀ C ਪੁਆਇੰਟ ਤੇ ਜਾ ਕੇ ਬੋਡੀ ਪਰਮਾਨੈਂਟ ਸੈੱਟ ਹੋਣ ਲੱਗ ਜਾਂਦੀ ਹੈ। ਤਾਂ ਪੁਆਇੰਟ C ਕੀ ਹੈ? ਇਟ ਇਜ਼ ਪਰਮਾਨੈਂਟ ਸੈੱਟ। ਤਾਂ ਪਰਮਾਨੈਂਟ ਸੈੱਟ ਹੋਣ ਲੱਗ, ਤੇ ਇਸ ਨੂੰ ਥੋੜਾ ਜਿਹਾ ਐਕਸਪਲੇਨ ਵੀ ਕਰਦੇ ਹਾਂ ਅਸੀਂ। ਠੀਕ ਹੈ ਜੀ, ਇਸ ਪੁਆਇੰਟ ਤੇ ਜੇ ਅਸੀਂ ਸਟ੍ਰੈਸ ਨੂੰ ਜ਼ੀਰੋ ਕਰ ਦਈਏ, ਵੈਨ ਸਟ੍ਰੈਸ ਇਜ਼ ਮੇਡ ਜ਼ੀਰੋ ਐਟ ਪੁਆਇੰਟ C, ਬੋਡੀ ਡਸ ਨਾਟ ਰੀਗੇਨ ਇਟਸ ਓਰੀਜਨਲ ਲੈਂਥ, ਉਹ ਆਪਣੀ ਓਰੀਜਨਲ ਲੈਂਥ ਦੇ ਵਿੱਚ ਵਾਪਸ ਨਹੀਂ ਆਉਂਦੀ। ਸਮ ਸਟ੍ਰੇਨ ਇਜ਼ ਲੈਫਟ ਇਨ ਦਾ ਵਾਇਰ, ਕੁਝ ਸਟ੍ਰੇਨ ਦੇਖੋ ਉਹਦੇ ਵਿੱਚ ਰਹਿ ਗਈ, ਜਿਸ ਨੂੰ ਅਸੀਂ ਕੀ ਕਹਿ ਰਹੇ ਹਾਂ? ਪਰਮਾਨੈਂਟ ਸੈੱਟ ਕਹਿ ਰਹੇ ਹਾਂ। ਠੀਕ ਹੈ ਜੀ, ਇਸ ਪੁਆਇੰਟ ਦੇ ਬਿਯੋਂਡ ਦੇਖੋ ਜੀ, ਜਦੋਂ ਅਸੀਂ ਸਟ੍ਰੈਸ ਇਨਕਰੀਜ਼ ਕਰਦੇ ਹਾਂ ਤਾਂ ਸਟ੍ਰੈਸ ਤੇ ਸਟ੍ਰੇਨ ਦਾ ਗ੍ਰਾਫ ਜੋ ਹੈ ਉਹ ਸਟ੍ਰੇਟ ਲਾਈਨ ਨਹੀਂ ਹੈ। ਹੁਣ ਸਟ੍ਰੇਨ ਜ਼ਿਆਦਾ ਇਨਕਰੀਜ਼ ਕਰ ਰਹੀ ਹੈ। ਠੀਕ ਹੈ, ਸਟ੍ਰੈਸ ਅਸੀਂ ਲੈਸ ਅਪਲਾਈ ਕਰ ਰਹੇ ਹਾਂ, ਇਸ ਦਾ ਮਤਲਬ ਬੋਡੀ ਦੇ ਵਿੱਚ ਕੁਝ ਵੀਕਨਿੰਗ ਸਟਾਰਟ ਹੋ ਗਈ। ਠੀਕ ਹੈ, ਤਾਂ ਡੀ ਪੁਆਇੰਟ ਇੱਕ ਪੁਆਇੰਟ ਹੈ ਜਿਸ ਤੇ ਜਾ ਕੇ ਅਸੀਂ ਜਿੰਨੀ ਮੈਕਸਿਮਮ ਸਟ੍ਰੈਸ ਅਪਲਾਈ ਕਰ ਸਕਦੇ ਹਾਂ, ਤਾਂ ਇੱਕ ਲਿਮਿਟ ਹੈ। ਠੀਕ ਹੈ, ਜਿਸ ਨੂੰ ਅਸੀਂ ਬ੍ਰੇਕਿੰਗ ਸਟ੍ਰੈਸ ਵੀ ਕਹਿ ਦਿੰਦੇ ਹਾਂ। ਤਾਂ ਡੀ ਪੁਆਇੰਟ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਜੀ? ਦੇਖੋ, ਬ੍ਰੇਕਿੰਗ ਸਟ੍ਰੈਸ, ਔਰ ਇਸ ਨੂੰ ਕਹਿੰਦੇ ਅਲਟੀਮੇਟ ਸਟ੍ਰੈਸ, ਕਿ ਜਿੰਨੀ ਅਸੀਂ ਮੈਕਸਿਮਮ ਸਟ੍ਰੈਸ ਅਪਲਾਈ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਵਿੱਚ ਜੋ ਉਸ ਦਾ ਬਿਹੇਵੀਅਰ ਹੈ ਉਹ ਤੁਹਾਨੂੰ ਗ੍ਰਾਫ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਜੋ ਵਾਇਰ ਹੈ ਉਹ ਸਟ੍ਰੈਸ ਡਿਕਰੀਜ਼ ਕਰਨ ਤੇ ਵੀ ਬ੍ਰੇਕ ਕਰ ਜਾਏਗੀ। ਠੀਕ ਹੈ, ਮਤਲਬ ਮਟੀਰੀਅਲ ਆਪਣੀ ਸਟਰੈਂਥ ਨੂੰ ਲੂਜ਼ ਕਰ ਚੁੱਕਿਆ ਹੈ, ਤੇ E ਇਜ਼ ਦਾ ਫ੍ਰੈਕਚਰ ਪੁਆਇੰਟ, ਜਾਂ ਜਿਸ ਨੂੰ ਕਹਿੰਦੇ ਆ ਬ੍ਰੇਕਿੰਗ ਪੁਆਇੰਟ।
ਦੇਖੋ ਜੀ, ਹੁਣ ਅਸੀਂ ਮਟੀਰੀਅਲਸ ਨੂੰ ਕਲਾਸੀਫਾਈ ਕਰਦੇ ਹਾਂ ਔਨ ਦਾ ਬੇਸਿਸ ਆਫ ਸਟ੍ਰੈਸ ਸਟ੍ਰੇਨ ਕਰਵ। ਜੇ ਗ੍ਰਾਫ ਦੇ ਵਿੱਚ ਜੋ ਅਸੀਂ ਇਹ ਪੋਰਸ਼ਨ ਦੇਖ ਰਹੇ ਹਾਂ, ਇਫ ਦਿਸ ਪੋਰਸ਼ਨ ਇਜ਼ ਲੌਂਗ, ਠੀਕ ਹੈ, ਸੀ ਤੋਂ ਲੈ ਕੇ ਡੀ ਤੱਕ ਜੇ ਇਹ ਪੋਰਸ਼ਨ ਲੌਂਗ ਹੈ, ਤੇ ਇਸ ਬਿਹੇਵੀਅਰ ਨੂੰ ਅਸੀਂ ਕਹਿੰਦੇ ਹਾਂ ਪਲਾਸਟਿਕ ਬਿਹੇਵੀਅਰ। ਠੀਕ ਹੈ, ਪਲਾਸਟਿਕ ਬਿਹੇਵੀਅਰ। ਜੋ ਇਸ ਤੋਂ ਪਹਿਲਾਂ ਦਾ ਬਿਹੇਵੀਅਰ ਹੈ, ਇਸ ਬਿਹੇਵੀਅਰ ਨੂੰ ਦੇਖੋ ਅਸੀਂ ਕਹਿੰਦੇ ਹਾਂ ਇਲਾਸਟਿਕ ਬਿਹੇਵੀਅਰ। ਇਹ ਇਲਾਸਟਿਕ ਬਿਹੇਵੀਅਰ ਹੈ। ਹੁਣ ਜੇ ਕਿਸੇ ਮਟੀਰੀਅਲ ਦੇ ਗ੍ਰਾਫ ਦੇ ਵਿੱਚ ਪਲਾਸਟਿਕ ਬਿਹੇਵੀਅਰ ਵਾਲਾ ਪੋਰਸ਼ਨ ਲੌਂਗ ਹੈ, ਠੀਕ ਹੈ, ਮਤਲਬ ਸੀ ਤੋਂ ਲੈ ਕੇ ਈ ਤੱਕ ਜੋ ਬ੍ਰੇਕਿੰਗ ਪੁਆਇੰਟ ਅਵੇ ਹੈ, ਤਾਂ ਉਸ ਤਰ੍ਹਾਂ ਦੇ ਮਟੀਰੀਅਲਸ ਨੂੰ ਅਸੀਂ ਕਵਾਂਗੇ ਡਕਟਾਈਲ ਮਟੀਰੀਅਲ। ਠੀਕ ਹੈ, ਜਿਸ ਨੂੰ ਅਸੀਂ ਸਟ੍ਰੈਚ ਕਰ ਸਕਦੇ ਹਾਂ, ਜਿਸ ਨੂੰ ਰੀਸ਼ੇਪ ਕਰ ਸਕਦੇ ਹਾਂ, ਜਿਸ ਦੀਆਂ ਸ਼ੀਟਸ ਬਣਾ ਸਕਦੇ ਹਾਂ, ਵਾਇਰਸ ਬਣਾ ਸਕਦੇ ਹਾਂ, ਤਾਂ ਡਕਟਾਈਲ ਮਟੀਰੀਅਲ। ਠੀਕ ਹੈ, ਜੇ ਸਪੋਜ਼ ਕਰੋ ਕਿ ਸੀ ਤੋਂ ਬਾਅਦ ਵਿੱਚ ਈ ਪੁਆਇੰਟ ਇੱਥੇ ਜੀ ਆ ਜਾਂਦਾ, ਠੀਕ ਹੈ, ਹੇਅਰ ਇਜ਼ ਡੀ ਐਂਡ ਹੇਅਰ ਇਜ਼ ਈ, ਤੇ ਇਸ ਦਾ ਮਤਲਬ ਹੈ ਕਿ ਉਸ ਦੇ ਵਿੱਚ ਜੋ ਪਲਾਸਟਿਕ ਬਿਹੇਵੀਅਰ ਹੈ, ਜੋ ਪਲਾਸਟਿਕ ਰੇਂਜ ਹੈ, दैट इज ਲੈਸ। ਠੀਕ ਹੈ, ਤਾਂ ਫਿਰ ਕੀ ਹੋਏਗਾ, ਉਸ ਮਟੀਰੀਅਲ ਨੂੰ ਅਸੀਂ ਡਿਸਟਿੰਗੁਇਸ਼ ਕਰਾਂਗੇ ਐਜ਼ ਬ੍ਰਿਟਲ, ਕਿ ਉਹ ਜਲਦੀ ਟੁੱਟ ਜਾਏਗਾ। ਕਿ ਇਲਾਸਟਿਸਿਟੀ ਤਾਂ ਜ਼ੋਨ ਦੇ ਵਿੱਚ ਹੈਗੀ ਹੈ, ਠੀਕ ਹੈ, ਬਟ ਉਸ ਤੋਂ ਬਿਯੋਂਡ ਜੋ ਉਸ ਦਾ ਬਿਹੇਵੀਅਰ ਹੈ, ਉਸ ਦਾ ਬ੍ਰੇਕਿੰਗ ਪੁਆਇੰਟ ਨਜ਼ਦੀਕ ਹੈ, ਕਿ ਉਹ ਇਲਾਸਟਿਕ ਬਿਹੇਵੀਅਰ ਨੂੰ ਕ੍ਰਾਸ ਕਰਕੇ ਜਲਦੀ ਜਲਦੀ ਬ੍ਰੇਕ ਹੋ ਜਾਂਦਾ ਹੈ। ਠੀਕ ਹੈ, ਤਾਂ ਜਿਸ ਤਰ੍ਹਾਂ ਦੇਖੋ ਸਟੀਲ ਹੈ, ਸਟੀਲ ਜੋ ਹੈ ਉਸ ਨੂੰ ਅਸੀਂ ਸਟ੍ਰੈਚ ਕਰ ਸਕਦੇ ਹਾਂ, ਵਾਇਰਸ ਬਣਾ ਸਕਦੇ ਹਾਂ, ਤਾਂ ਉਸ ਦੇ ਵਿੱਚ ਪਲਾਸਟਿਕ ਰੇਂਜ ਵੀ ਹੈ, ਬਟ ਜੋ ਗਲਾਸ ਹੈ ਉਹ ਬਹੁਤ ਜ਼ਿਆਦਾ ਬ੍ਰਿਟਲ ਹੈ। ਠੀਕ ਹੈ ਨਾ, ਇਸ ਤਰੀਕੇ ਦੇ ਨਾਲ ਅਸੀਂ ਸਟ੍ਰੈਸ ਸਟ੍ਰੇਨ ਕਰਵ ਤੇ ਬੇਸਡ ਮਟੀਰੀਅਲਸ ਨੂੰ ਕਲਾਸੀਫਾਈ ਕਰ ਸਕਦੇ ਹਾਂ। ਠੀਕ ਹੈ, ਕਿ ਜੇ ਸਾਡੇ ਕੋਲੇ ਸੀ ਤੋਂ ਈ ਪੁਆਇੰਟ ਦੇ ਵਿੱਚ ਲੈਂਥ ਜ਼ਿਆਦਾ ਹੈ, ਤਾਂ ਉਹ ਜੋ ਮਟੀਰੀਅਲ ਹੈ दैट इज ਡਕਟਾਈਲ। ਜੇ ਸੀ ਤੋਂ ਲੈ ਕੇ ਈ ਪੁਆਇੰਟ ਨਜ਼ਦੀਕ ਹੈ, ਤਾਂ ਫਿਰ ਉਸ ਮਟੀਰੀਅਲ ਨੂੰ ਕਹਿੰਦੇ ਆ ਬ੍ਰਿਟਲ। ਠੀਕ ਹੈ, ਨੀਚੇ ਗ੍ਰਾਫ ਸ਼ੋ ਕੀਤਾ ਗਿਆ ਹੈ, ਇਹ ਗ੍ਰਾਫ ਸ਼ੋ ਕੀਤਾ ਗਿਆ ਜੀ ਇਲਾਸਟੋਮਰਸ ਲਈ। ਕੁਝ ਮਟੀਰੀਅਲਸ ਹੁੰਦੇ ਆ ਜਿਨ੍ਹਾਂ ਲਈ ਜੋ ਸਟ੍ਰੈਸ ਸਟ੍ਰੇਨ ਕਰਵ ਹੈ, ਇਟ ਇਜ਼ ਨॉट ਅ ਸਟ੍ਰੇਟ ਲਾइन। ਠੀਕ ਹੈ, ਤਾਂ ਇਹ ਜੋ ਮਟੀਰੀਅਲਸ ਹੈ, ਇਹ ਹੈ ਇਲਾਸਟੋਮਰ। ਜਿਸ ਤਰ੍ਹਾਂ ਰਬੜ ਇੱਕ ਇਲਾਸਟੋਮਰ ਹੈ, ਅਸੀਂ ਰਬੜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਸਟ੍ਰੈਸ ਤੇ ਸਟ੍ਰੇਨ ਦਾ ਜੋ ਗ੍ਰਾਫ ਹੈ, दैट इज नॉट ਅ ਸਟ੍ਰੇਟ ਲਾइन। ਠੀਕ ਹੈ, ਇੱਕ ਕਰਵਡ ਪੋਰਸ਼ਨ ਹੈ ਇਹਦੇ ਵਿੱਚ। ਜੇ ਅਸੀਂ ਸਟ੍ਰੈਸ ਨੂੰ ਜ਼ੀਰੋ ਕਰਦੇ ਹਾਂ ਤਾਂ ਸਟ੍ਰੇਨ ਜ਼ੀਰੋ ਹੋ ਜਾਂਦੀ ਹੈ, ਮਟੀਰੀਅਲ ਵਾਪਸ ਆਪਣੀ ਸ਼ੇਪ ਦੇ ਵਿੱਚ ਆ ਜਾਂਦਾ ਹੈ। ਠੀਕ ਹੈ, ਇਹ ਕਿਸ ਚੀਜ਼ ਦਾ ਗ੍ਰਾਫ ਪਲਾਟ ਕੀਤਾ ਗਿਆ ਹੈ, ਇਹ ਦੇਖੋ ਨੀਚੇ ਮੈਂਸ਼ਨ ਕੀਤਾ ਹੋਇਆ ਹੈ ਕਿ ਦਿਸ ਗ੍ਰਾਫ ਇਜ਼ ਫॉर ਦਾ ਇਲਾਸਟਿਕ ਟਿਸ਼ੂ ਆਫ ਬਲੱਡ ਕੈਰਿੰਗ ਵੈਸਲ। ਠੀਕ ਹੈ, ਫਰੋਮ ਦਾ ਹਾਰਟ, ਕਿ ਹਿਊਮਨ ਹਾਰਟ ਦੇ ਵਿੱਚ ਇੱਕ ਟਿਸ਼ੂ ਹੈ ਜਾਂ ਜੋ ਬਲੱਡ ਕੈਰਿੰਗ ਵੈਸਲ ਹੈ, ਠੀਕ ਹੈ, ਉਸ ਦਾ ਗ੍ਰਾਫ ਹੈ ਜੀ ਇਹ, ਤਾਂ ਜਿਸ ਦੇ ਵਿੱਚ ਸਟ੍ਰੈਸ ਤੇ ਸਟ੍ਰੇਨ ਜੋ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ, ਬਟ ਗ੍ਰਾਫ ਸਟ੍ਰੇਟ ਲਾइन ਨਹੀਂ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਮਟੀਰੀਅਲਸ ਨੂੰ ਅਸੀਂ ਕਹਿੰਦੇ ਹਾਂ ਇਲਾਸਟੋਮਰ। ਦੇਖੋ ਜੋ ਨੈਕਸਟ ਟੌਪਿਕ ਅਸੀਂ ਕਰਨਾ ਹੈ ਉਹ ਹੈ ਜੀ ਮੋਡੂਲਸ ਆਫ ਇਲਾਸਟਿਸਿਟੀ। तो ये ਅਸੀਂ ਕਹਿ ਚੁੱਕੇ ਹਾਂ ਪਹਿਲਾਂ ਕਿ ਜੋ ਸਟ੍ਰੈਸ ਹੈ that is directly proportional to strain। ठीक है, जो स्ट्रेस डिवाइडेड बाय स्ट्रेन है, स्ट्रेस टू स्ट्रेन रेशियो, that is called modulus of elasticity। that is the ratio of stress and strain। ठीक है, stress is directly proportional to strain, so we can write stress is equal to E into strain, or we can write stress over strain is equal to E, that is called modulus of elasticity। तो इसमें ਅਸੀਂ 3 टाइप्स ਦੇ ਵਿੱਚ ਡਿਵਾਈਡ ਕਰਦੇ ਹਾਂ, टाइप्स ऑफ modulus of elasticity। ठीक है, जिस ਦੇ ਵਿੱਚ नंबर 1 है यंग्स मॉडुलस, सेकंड है बल्क मॉडुलस, एंड थर्ड इज shear modulus। या इसनूं ਕਹਿੰਦੇ ਆ ਜੀ modulus of rigidity। ठीक है, 1 by 1 ਇਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਸੋ ਫਸਟ ਇਜ਼ ਯੰਗਸ ਮੋਡੂਲਸ। देखो जो यंग्स मॉडुलस है इसमें ਅਸੀਂ y ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, कैपिटल Y। इट इज रेशियो ऑफ स्ट्रेस एंड स्ट्रेन, इट इज रेशियो ऑफ नॉर्मल स्ट्रेस
एंड लॉन्गीट्यूडनल स्ट्रेन। जिस तरह किसी वायर के उपर ਅਸੀਂ फोर्स लगा रहे हैं तो जो फोर्स लगा रहे हैं उसके क्रॉस सैक्शनल एरिया के उपर दैट इज स्ट्रेस, जो लॉन्गीट्यूडनल स्ट्रेन उसके प्रोड्यूस हो रही है दैट इज डेल्टा एल ओवर एल और डी एल ओवर एल। तो इसमें ਅਸੀਂ लिख सकते हैं एफ इंटू एल ओवर ए इंटू डेल्टा एल। ठीक है, ਹੁਣ ਜੇ ਅਸੀਂ ਇਹਨਾਂ ਦੀ ਯੂਨਿਟਸ ਦੀ ਗੱਲ ਕਰੀਏ ਯੰਗਸ ਮੋਡੂਲਸ ਜਾਂ ਕੋਈ ਵੀ ਮੋਡੂਲਸ, ਕਿਉਂਕਿ ਸਟ੍ਰੇਨ ਜੋ ਹੈ ਉਹ ਤਾਂ ਡਾਈਮੈਂਸ਼ਨਲੈਸ ਹੈ, ਤਾਂ ਕੋਈ ਵੀ ਮੋਡੂਲਸ ਹੈ, ਯੰਗਸ ਮੋਡੂਲਸ ਹੈ, ਬਲਕ ਮੋਡੂਲਸ ਹੈ, ਜੋ ਇਸ ਦੇ ਐਸਆਈ ਯੂਨਿਟ ਹੋਣਗੇ ਉਹ ਕੀ ਹੋਣਗੇ, ਉਹ ਹੋਣਗੇ ਜੀ ਸੇਮ ਐਜ਼ ਸਟ੍ਰੈਸ ਨਿਊਟਨ पर मीटर स्क्वायर और पास्कल। ठीक है, जो उसके यूनिट होंगे जी, तो यंग्स मॉडुलस के यूनिट भी यही होंगे जी न्यूटन पर मीटर स्क्वायर और पास्कल। ठीक है, हुण असीं गल करते हैं जी बल्क मॉडुलस की। देखो सपोज करो कि एक बॉल है, ठीक है, इनके उपर असीं सारे साइड तो स्ट्रैस अप्लाई कर रहे हैं, असीं फोर्स अप्लाई कर रहे हैं इस एरिया के उपर फ्रॉम ऑल द साइड्स। तो की होएगा, असीं अज्यूम करते हैं कि उस फोर्स के नाल इसका वॉल्यूम जो है वो डिक्रीज हो जाता है। इसका वॉल्यूम पहला सीगा जी V, तो इस स्ट्रैस के नाल उसका वॉल्यूम रह गया जी V माइनस डेल्टा V। इनिशियल वॉल्यूम सीगा जी V, हुण रह गया जी V माइनस डेल्टा V। कितनी चेंज आई जी, चेंज आई जी डेल्टा V। तो दिस पोर्शन इज डेल्टा V। तो बल्क मॉडुलस जो है इसनों B नाल रिप्रजेंट करते हैं, इट इज द रेशो ऑफ नॉर्मल स्ट्रेस जो असीं अप्लाई कर रहे हैं टू द वॉल्यूमेट्रिक स्ट्रेन। ठीक है, जिथे वॉल्यूम दे विच चेंज आ रही है, तो जो नॉर्मल स्ट्रेस है उसनों असीं F अपॉन एरिया ही रिप्रजेंट करांगे। जो वॉल्यूमेट्रिक स्ट्रेन है दैट इज माइनस डेल्टा V ओवर V, क्योंकि डिक्रीज हो रहा है वॉल्यूम। देखो ठीक है, तो जो इस तरीके नाल सारे पासों फोर्स लग रहा होवे ना फ्रॉम ऑल द डायरैक्शंस, तो उस तरह की स्ट्रेस को असीं प्रैशर भी कह सकते हैं। तो इसनों असीं F अपॉन ए नूं प्रैशर कह दिंदे हैं जी P। ठीक है, जो V नीचे वाला ये ऊपर चला जाएगा डिवाइडेड बाय डेल्टा V, तो माइनस पी वी डेल्टा V इज द फॉर्मूला बन जाएगा। ठीक है, एक होर एग्जांपल मैं तुहानूं दिंदा कि जिस तरह सी दे विच समुद्र दे विच पानी है जी, ठीक है, तो उपरला पानी का प्रैशर निचले ते पै रहा है, तो नीचे जो है उस थोड़ा जिहा कंप्रैस होएगा। तो इस तरह के क्वेश्चन सानूं पूछे जा सकते हैं कि बल्क मॉडुलस गिवन हो सकता है, चेंज इन वॉल्यूम कितनी हो सकती है, डेल्टा V अपॉन V, फ्रैक्शनल चेंज इन वॉल्यूम कैलकुलेट करो। ठीक है, थर्ड है जी शीयर मॉडुलस, जिसनूं कहंदे मॉडुलस ऑफ रिजिडिटी। देखो जी शीयर मॉडुलस की है, इनू पहले तो ईटा नाल डिनोट करते हैं जी। तो इट इज़ द रेशो ऑफ शीयर स्ट्रेस टू द शीयर स्ट्रेन। दोनों असीं पहला डिफाइन कर चुके हैं। जो शीयर स्ट्रेस है दैट इज फोर्स पर यूनिट एरिया, तो जो शीयर स्ट्रेन है दैट इज थीटा, कि जो असीं इसके उपर फोर्स अप्लाई करते हैं, ठीक है, इस एरिया के उपर जो इसका एरिया है, ठीक है, ए इज एरिया, जो असीं फोर्स अप्लाई करते हैं तो ये पॉइंट्स थोड़े थोड़े अगे मूव कर जाते हैं। असीं पहला भी दस्सिया सी कि उपरला फेस जो है वो थोड़ा जिहा अगे वाल नूं शिफ्ट हो जाता है। ये डायग्राम असीं देखो पहला भी ड्रॉ की सी, जो ये एंगल है इस एंगल नूं असीं क्या सी थीटा। ठीक है, यही शीयर स्ट्रेन है। तो जो असीं इस फेस के उपर जो ये वाला फेस है इसका एरिया ए है, इसके उपर फोर्स अप्लाई कर रहे हैं एफ, तो एफ डिवाइडेड बाय इट इज अ शीयर स्ट्रेस। तो इसनूं असीं लिख सकते हैं एफ डिवाइडेड बाय ए थीटा। क्लीयर है, दिस इज द फॉर्मूला फॉर शीयर मॉडुलस ऑफ इलास्टिसिटी। नैक्सट टॉपिक दे विच असीं डिस्कस करांगे जी इन्हां मॉडुलस नाल रिलेटेड न्यूमेरिकल्स। ठीक है, तो आई होप कि अज दा तुहानूं टॉपिक जो है वो समझ लग गया होएगा। तो जे तुसीं इस वीडियो नूं इत्थों तक देखिया है तो इस चैनल नूं जरूर सबसक्राइब करो। ठीक है, क्योंकि मेरा वीडियो अपलोड करने का कोई टाइम फिक्स नहीं है। तो जे तुसीं इस चैनल नूं देख रहे हो तो बैल आइकॉन जरूर दबाओ ताकि तुहानूं पता लगे कि मैं वीडियो कदों अपलोड कर रहा। सो ऑल द बेस्ट, हैव अ नाइस डे।